अस्सलाम वालेकुम। मैं वहाँ जी इमरान। काफ़ी देर बाद वीडियो आती है लेकिन बस बना ली थी जो टाइम मिले। ਅਸੀਂ ਗੰਦਮ ਦੀ ਕਾਸ਼ਤ ਕਰ ਰਹੇ ਹਾਂ। ਗੰਦਮ ਦਾ ਇਸ ਦਫਾ ਕਾਫੀ ਜਰਮੀਨੇਸ਼ਨ ਦੇ ਇਸ਼ੂਜ਼ ਆਏ ਨੇ। ਉਹਦੇ ਵਿੱਚ ਮੇਨ ਰੀਜ਼ਨ ਇਹ ਵੇ ਕਿ ਇੱਕ ਤੇ ਜਦੋਂ ਗੰਦਮ ਕਟਾਈ ਕੀਤੀ ਸੀ ਪਿਛਲੇ ਸਾਲ ਉਦੋਂ ਥੋੜ੍ਹਾ ਜਿਹਾ 1-2 ਬਾਰਿਸ਼ਾਂ ਸੀ, ਨਮੀ ਸੀ ਥੋੜ੍ਹੀ। ਦੂਸਰਾ ਫਿਰ ਸੌਣ ਭਾਦਰੋਂ ਦੇ ਵਿੱਚ ਵੀ ਨਮੀ ਕਾਫੀ ਰਹੀ ਅਤੇ ਲੋਕਾਂ ਨੇ ਨਾ ਧੁੱਪ ਵਗੈਰਾ ਨਹੀਂ ਲਗਵਾਈ। ਇਸ ਵਜ੍ਹਾ ਤੋਂ ਮੇਰਾ ਆਪਣਾ ਵੀ ਜਿਹੜਾ ਸਾਰਾ ਮੁਰੱਬਾ ਹੈ ਉਹ ਜਰਮੀਨੇਟ ਨਹੀਂ ਹੋਇਆ। ਕੁਛ ਕਿੱਲੇ ਹੋਏ ਨੇ ਜਰਮੀਨੇਟ, ਜਿਸ ਤਰ੍ਹਾਂ ਇਹ ਥੋੜ੍ਹੇ ਬਹੁਤ 50-50 ਨਾ। ਅਤੇ ਅਸੀਂ ਹੁਣ ਦੁਬਾਰਾ ਤੋਂ ਗੱਪਸ਼ੜ ਦੇ ਤਰੀਕੇ ਨਾਲ ਸਾਰਾ ਕਰ ਰਹੇ ਹਾਂ ਇਹਨੂੰ ਕਾਸ਼ਤ। ਅਤੇ ਗੱਪਸ਼ੜ ਦੇ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਅਸੀਂ ਇਹਨੂੰ ਮਤਲਬ ਕਿ ਚੇਂਜ ਕਰ ਰਹੇ ਹਾਂ। ਅਸੀਂ ਪਹਿਲੇ ਇਹਦੇ ਵਿੱਚ ਕੋਈ ਮਤਲਬ ਕਿ ਛਾਪਾ ਲੈ ਕੇ ਉਹਨੂੰ ਘੁਮਾਉਂਦੇ ਹਾਂ ਤਾਂ ਕਿ ਥੋੜ੍ਹੀ ਜਿਹੀ ਗਾਬਲ ਬਣ ਜਾਏ। ਬੀਜ ਬਿਲਕੁਲ ਉੱਤੇ ਪਿਆ ਰਹੇ ਅਤੇ ਉਹਦੀ ਜਰਮੀਨੇਸ਼ਨ ਦੀ ਜਿਹੜੀ ਪਰਸੈਂਟੇਜ ਹੈ ਉਹ ਘੱਟ ਜਾਂਦੀ ਹੈ। ਅਤੇ ਅਸੀਂ ਛਾਪਾ ਲੈ ਕੇ ਇਹਦੇ ਉੱਤੇ ਘੁਮਾਉਂਦੇ ਹਾਂ ਪਹਿਲੇ। ਜਦੋਂ ਥੋੜ੍ਹਾ ਪਾਣੀ ਗੰਦਲਾ ਹੋ ਜਾਂਦਾ ਹੈ ਅਤੇ ਫਿਰ ਅਸੀਂ ਉਹਦੇ ਵਿੱਚ ਬੀਜ ਦਾ ਛੱਟਾ ਕਰਦੇ ਹਾਂ ਗੱਪਸ਼ੜ ਦੇ ਤਰੀਕੇ ਨਾਲ। ਇਸੇ ਤਰੀਕੇ ਨਾਲ ਸਾਰੀ ਗੰਦਮ ਕਾਸ਼ਤ ਕਰ ਰਹੇ ਹਾਂ। ਅਤੇ ਹਜੇ ਵੀ ਵੈਸੇ ਤਾਂ ਅੱਜ 25 ਨਵੰਬਰ ਹੋ ਗਈ ਹੈ ਲੇਕਿਨ ਹਜੇ ਮੌਸਮ ਇਸ ਸਾਲ ਜਿਹੜਾ ਮੌਸਮ ਵੀ ਥੋੜ੍ਹਾ ਜਿਹਾ ਖੁਸ਼ਕ ਹੈ। ਹਜੇ ਤੱਕ ਧੁੱਪ ਕਾਫੀ ਲੱਗ ਰਹੀ ਹੈ ਸਾਰਾ ਦਿਨ। ਅਤੇ ਹਜੇ ਵੀ ਮਤਲਬ ਗੰਦਮ ਲੇਟ ਨਹੀਂ ਹੋਈ। ਜਿਹੜੇ ਭਰਾਵਾਂ ਨੇ ਜਰਮੀਨੇਸ਼ਨ ਨਹੀਂ ਹੋਈ ਜਾਂ ਘੱਟ ਹੋਈ ਹੈ ਉਹ ਹਜੇ ਵੀ ਬੇਫਿਕਰ ਹੋ ਕੇ ਗੱਪਸ਼ੜ ਦੇ ਤਰੀਕੇ ਨਾਲ ਆਪਣੀ ਗੰਦਮ ਨੂੰ ਕਾਸ਼ਤ ਕਰ ਸਕਦੇ ਨੇ। ਬਾਕੀ ਅੱਲਾ ਸਾਰਿਆਂ ਨੂੰ ਰਿਜ਼ਕ ਦੇਵੇ, ਸਾਰਿਆਂ ਦੀ ਫਸਲਾਂ 'ਚ ਇਜ਼ਾਫਾ ਕਰੇ। ਗੌਰਮੈਂਟ ਤਾਂ ਲਈ ਖਲੋਤੀ ਹੈ ਅਤੇ ਕੁਦਰਤ ਤੋਂ ਬਚ ਕੇ ਰਹਿਣ ਕਿਸਾਨ। ਬਾਕੀ ਸਾਰਾ ਬੀਜ ਜਿਹੜਾ ਹੈ ਹੁਣ ਮੈਂ ਨਵਾਂ ਬਾਬੇ ਫਰੀਦ ਵਾਲਿਆਂ ਦਾ ਲੈ ਕੇ ਆਇਆ। ਇਹਦੀ ਨਮੀ ਵਗੈਰਾ ਜਾਂ ਇਹਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ। ਅਤੇ ਬੀਜ ਸਾਰਾ ਬਸ ਇਹੀ ਇਸ ਦਫਾ ਹਦਾਇਤ ਮਿਲੀ ਹੈ ਕਿ ਬੀਜ ਇੱਕ ਤਾਂ ਸੌਣ ਭਾਦਰੋਂ 'ਚ ਉਹਨੂੰ ਧੁੱਪ ਜ਼ਰੂਰ ਲਗਾਓ ਅਤੇ ਦੂਸਰਾ ਬੀਜ ਜਿਹੜਾ ਬੀਜ ਨੂੰ ਇੱਕ ਦਫਾ ਜਰਮੀਨੇਟ ਕਰਕੇ ਪਹਿਲੇ ਚੈੱਕ ਕਰ ਲਵੋ। ਗੰਦਮ ਬੀਜਣ ਤੋਂ ਪਹਿਲੇ ਬੀਜ ਦੀ ਜਰਮੀਨੇਸ਼ਨ ਕਰਕੇ ਉਹਨੂੰ ਚੈੱਕ ਕਰ ਲਵੋ ਕਿ ਬੀਜ ਕਿੰਨੇ % ਜਰਮੀਨੇਟ ਹੋ ਰਿਹਾ ਹੈ। ਇਮਰਾਨ ਭਾਈ ਕਿਹੜਾ ਬੀਜ ਤੁਸੀਂ ਐਤਕੀ ਜਿਹੜਾ ਨਵਾਂ ਲੈ ਕੇ ਆਏ ਹੋ, ਜਿਹੜਾ ਤੁਸੀਂ ਐਤਕੀ ਯੂਜ਼ ਕਰ ਰਹੇ ਹੋ? ਅਸੀਂ ਬੇਸਿਕਲੀ ਹੁਣ ਥੋੜ੍ਹਾ ਲੇਟ ਹੋ ਗਿਆ ਹੈ, ਇਸ ਤੋਂ ਅਸੀਂ ਜ਼ਰਾ ਲੇਟ ਵੈਰਾਈਟੀਆਂ ਨੂੰ ਕੋਸ਼ਿਸ਼ ਕੀਤੀ ਹੈ ਲਗਾਉਣ ਦੀ। ਪਹਿਲੇ ਅਸੀਂ ਸਾਰਾ ਅਕਬਰ ਲਾਇਆ ਸੀ, ਸਾਡਾ ਮਹਿਰਾ ਅਕਬਰ। ਇਹ ਤਾਂ ਅਕਬਰ ਬਹੁਤ ਅੱਛਾ ਰਿਜ਼ਲਟ ਦੇ ਰਿਹਾ ਪਿਛਲੇ 3 ਸਾਲ ਤੋਂ। ਪਿਛਲੇ ਸਾਲ ਵੀ ਸਾਡੀ ਐਵਰੇਜ 58 ਮਣ ਆਈ ਸੀ ਲੇਕਿਨ ਹੁਣ ਚੌਂਕਾ ਥੋੜ੍ਹਾ ਲੇਟ ਹੋ ਗਿਆ ਹੈ ਅਤੇ ਹੁਣ ਲੇਟ ਵੈਰਾਈਟੀਆਂ ਦੀ ਕੋਸ਼ਿਸ਼ ਕੀਤੀ ਹੈ। ਲੇਟ ਵੈਰਾਈਟੀਆਂ ਦੇ ਵਿੱਚ ਦਿਲਕਸ਼ ਅੱਛਾ ਰਿਜ਼ਲਟ ਦਿੰਦੀ ਹੈ, ਅੱਛਾ ਪਰਫੋਰਮ ਕਰਦੀ ਹੈ। ਅਤੇ ਉਸ ਤੋਂ ਇਲਾਵਾ ਫਖਰੇ ਬੱਕਰ ਲਾ ਰਹੇ ਹਾਂ ਅਸੀਂ 5-6 ਏਕੜ। ਫਖਰੇ ਬੱਕਰ ਦਾ ਇਹ ਵੇ ਕਿ ਸਾਡੀ ਥੋੜ੍ਹੀ ਮਹਿਰਾ ਜ਼ਮੀਨ ਹੈ ਅਤੇ ਫਖਰੇ ਬੱਕਰ ਜਿਹੜੀ ਉਹ ਅੱਛਾ ਪਰਫੋਰਮ ਕਰਦੀ ਹੈ ਲੇਟ ਵੈਰਾਈਟੀ ਵਿੱਚ। ਵੈਸੇ ਮਹਿਰੇ ਵਿੱਚ ਅਗਰ ਤੁਸੀਂ ਬਹੁਤ ਅਗੇਤੀ ਲਓ ਤਾਂ ਅਕਬਰ ਬਹੁਤ ਅੱਛਾ ਪਰਫੋਰਮ ਕਰਦੀ ਹੈ। ਲੇਕਿਨ ਹੁਣ ਚੌਂਕਾ ਥੋੜ੍ਹੀ ਪਛੇਤੀ ਕਾਸ਼ਤ ਹੋ ਗਈ ਹੈ ਅਤੇ ਹੁਣ ਅਸੀਂ ਫਖਰੇ ਬੱਕਰ ਅਤੇ ਦਿਲਕਸ਼ ਲਾ ਰਹੇ ਹਾਂ। ਅੱਛਾ, ਅਤੇ ਇਸ ਤੋਂ ਇਲਾਵਾ ਇਮਰਾਨ ਭਾਈ ਤੁਸੀਂ ਹੁਣ ਮਤਲਬ ਕਿ ਜੇ ਅਗਰ ਲੇਟ ਹੋ ਗਿਆ ਆਪਣੀ ਫਸਲ ਲੇਟ ਹੋ ਗਈ ਹੈ ਕਾਸ਼ਤ, ਅਤੇ ਖਾਦ ਖੂਦ ਦਾ ਇਹਦਾ ਝਾੜ 'ਤੇ ਕੀ ਫਰਕ ਪਏਗਾ? ਅਤੇ ਇਸ ਤੋਂ ਇਲਾਵਾ ਖਾਦ ਖੂਦ ਦਾ ਤੁਸੀਂ ਕੀ ਪਲਾਨ ਕਰੋਗੇ ਹੁਣ, ਕਿਸ ਤਰ੍ਹਾਂ ਮੈਨੇਜ ਕਰੋਗੇ ਇਹਨੂੰ ਤਾਂ ਕਿ ਟਾਈਮ ਦੇ ਲਈ ਜਿਹੜਾ? ਹਾਂ, ਅਸਲ ਵਿੱਚ ਜਦੋਂ ਗੱਪਸ਼ੜ ਦੇ ਤਰੀਕੇ ਨਾਲ ਆ ਜਾਂਦੇ ਹਾਂ ਅਸੀਂ ਜਾਂ ਥੋੜ੍ਹੀ ਲੇਟ ਹੋ ਜਾਂਦੀ ਹੈ ਫਿਰ ਦੂਸਰਾ ਪਾਣੀ ਜਿਹੜਾ ਗੱਪਸ਼ੜ ਦਾ ਉਹ ਜ਼ਰਾ ਜਲਦੀ ਲੱਗ ਜਾਂਦਾ ਹੈ। ਅਤੇ ਦੂਸਰੀ ਗੱਲ ਹੈ ਕਿ ਖਾਦ ਦੀ ਇਹਦੀ ਜਿਹੜੀ ਮਕਦਾਰ ਹੈ ਉਹ ਨਾਰਮਲ ਫਸਲ ਵਾਲੀ ਨਹੀਂ ਰਹੇਗੀ। ਹੁਣ ਇਹਨੂੰ ਥੋੜ੍ਹਾ ਜ਼ਿਆਦਾ ਜਿਹੜੀ ਡੋਜ਼ ਹੈ ਉਹ ਦੇਣੀ ਪਏਗੀ ਤਾਂ ਕਿ ਇਹ ਜਲਦੀ ਮਤਲਬ ਕਿ ਆਪਣਾ ਪੌਦਾ ਵਗੈਰਾ ਮੁਕੰਮਲ ਕਰੇ ਅਤੇ ਝਾੜ ਅੱਛਾ ਰਹਿ ਜਾਏ। ਬਾਕੀ ਜਿਸ ਤਰ੍ਹਾਂ ਇਸ ਦਫਾ ਧੁੱਪਾਂ ਲੱਗ ਰਹੀਆਂ ਨੇ ਹਜੇ ਮੌਸਮ ਦੇ ਹਿਸਾਬ ਨਾਲ ਲੇਟ ਨਹੀਂ ਹੋਈ ਵੈਰਾਈਟੀ। ਜਿਹੜੇ ਕਿੱਲੇ ਪਹਿਲੇ ਲਾਏ ਨੇ ਉਹ ਬੜੇ ਅੱਛੇ ਜਰਮੀਨੇਟ ਹੋ ਰਹੇ ਨੇ, 1-2 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਬੜੀ ਅੱਛੀ ਜਰਮੀਨੇਸ਼ਨ ਕਰ ਲਈ ਹੈ ਗੱਪਸ਼ੜ ਦੇ ਤਰੀਕੇ ਨਾਲ। ਅਤੇ ਉਗਾਓ ਦੇ ਬਾਰੇ ਵੀ, ਝਾੜ ਦੇ ਬਾਰੇ ਵੀ ਦੱਸ ਦਿਓ ਕਿ ਇਹਦਾ ਕੋਈ ਉਗਾਓ ਦੇ ਬਾਰੇ ਵੀ ਫਰਕ ਪਏਗਾ, ਝਾੜ ਘਟੇਗਾ ਜਾਂ ਵਧੇਗਾ, ਕੀ ਹੋਏਗਾ? ਇਸ ਸਟੇਜ 'ਤੇ ਆ ਕੇ ਜਿਹੜਾ ਬਜ਼ੁਰਗਾਂ ਕੋਲ ਸੁਣਿਆ ਹੈ ਜਾਂ ਜਿਹੜਾ ਦੇਖਿਆ ਪਿਛਲੇ ਸਾਲਾਂ 'ਚ, ਇਸ ਸਟੇਜ 'ਤੇ ਆ ਕੇ ਅਗਰ ਤੁਸੀਂ ਵੱਤਰ ਵਾਲੀ ਕਾਸ਼ਤ ਕਰੋ ਤਾਂ ਉਹ ਲੇਟ ਹੋ ਜਾਂਦੀ ਹੈ। ਵੱਤਰ ਵਾਲੀ ਜਿਹੜੀ ਉਹ ਫਿਰ ਨਿਕਲਦਿਆਂ 8-10 ਦਿਨ ਲਾ ਦਿੰਦੀ ਹੈ। ਬਾਅਦ 'ਚ ਉਹਦਾ ਪਾਣੀ ਲੱਗਦਿਆਂ ਕੋਈ 15-20 ਦਿਨ ਲੱਗ ਜਾਂਦੇ ਨੇ। ਉਹਦੀ ਖੁਰਾਕ ਲੇਟ ਹੋ ਜਾਂਦੀ ਹੈ, ਉਹਦੀ ਜਰਮੀਨੇਸ਼ਨ ਵੀ ਉਸ ਤਰ੍ਹਾਂ ਨਹੀਂ ਹੋ ਪਾਉਂਦੀ। ਗੱਪਸ਼ੜ ਦੇ ਤਰੀਕੇ ਨਾਲ ਇਹ ਵੇ ਕਿ ਇੱਕ ਤਾਂ ਦੇਖੋ ਮੌਸਮ ਇਸ ਦਫਾ ਕਾਫੀ ਗਰਮੀ ਚੱਲ ਰਹੀ ਹੈ। ਹਜੇ ਸੁਬਾਹ ਦਾ ਮੌਸਮ ਹੈ ਅਤੇ ਟਾਈਮ ਹੈ ਅਤੇ ਹਜੇ ਵੀ ਮਤਲਬ ਕਿ ਜੈਕਟ ਵਗੈਰਾ ਨਹੀਂ ਪਹਿਨ ਹੋ ਰਹੀ, ਗਰਮੀ ਇੰਨੀ ਫੀਲ ਹੋ ਰਹੀ ਹੈ। ਅਤੇ ਗੱਪਸ਼ੜ ਦੇ ਤਰੀਕੇ ਨਾਲ ਇਹ ਵੇ ਕਿ ਨਮੀ ਵਗੈਰਾ ਠੀਕ ਮਿਲ ਜਾਂਦੀ ਹੈ ਬੀਜ ਨੂੰ। ਅਤੇ ਬੀਜ ਦੂਸਰੀ ਗੱਲ ਹੈ ਕਿ ਬੀਜ ਆਪਣੀ ਚੱਲਦਿਆਂ ਹੀ ਆਪਣੀ ਝਾੜ ਬਣਾਉਣਾ ਸ਼ੁਰੂ ਕਰ ਦਿੰਦਾ। ਇੱਕ ਪੌਦਾ ਜਿਹੜਾ, ਇੱਕ ਦਾਣਾ ਜਿਹੜਾ ਉਹ ਮਲਟੀਪਲ ਕੋਂਪਲਾਂ ਜਿਹੜੀਆਂ ਨੇ ਉਹਦੀਆਂ ਨਿਕਲਣੀਆਂ ਸ਼ੁਰੂ। ਇਮਰਾਨ ਭਈਆ ਕੀ ਤਰੀਕਾਕਾਰ ਤੁਸੀਂ ਕਰ ਰਹੇ ਹੋ? ਲੋਕਾਂ ਇੰਸਟਾਲਾ ਬੀਜਦੇ ਨੇ, ਤੁਸੀਂ ਕਣਕ ਦੇ ਵਿੱਚ ਇਹ ਮਾਰੀ ਆ ਰਹੇ ਹੋ, ਕੀ ਤਰੀਕਾਕਾਰ ਹੈ ਇਹਦਾ, ਕੀ ਫਾਇਦਾ ਹੈ? ਅਸਲ ਵਿੱਚ ਜਿਹੜੇ ਪਹਿਲੇ ਕਿੱਲੇ ਬੀਜੇ ਨੇ ਨਾ ਕਣਕ ਦੇ,
ਉਹਨਾਂ ਵਿੱਚ ਮੈਂ ਫੀਲ ਕੀਤਾ ਇਹ ਇੱਕ ਤੇ ਪਰਿੰਦੇ ਵਗੈਰਾ ਖਰਾਬ ਕਰਦੇ ਨੇ ਥੋੜ੍ਹਾ, ਤੇ ਦੂਸਰੀ ਗੱਲ ਇਹ ਵੀ ਕਿ ਜਰਮੀਨੇਸ਼ਨ ਨਾ 80% ਤੱਕ ਹੁੰਦੀ ਹੈ, ਬਾਕੀ 20% ਜਿਹੜਾ ਬੀਜ ਹੈ ਨਾ ਉਹ ਜਰਮੀਨੇਟ ਹੋ ਕੇ ਉਹਨੂੰ ਥੋੜ੍ਹਾ ਟੈਂਪਰੇਚਰ ਲੱਗਦਾ ਦਿਨ ਨੂੰ, ਤੇ ਉਹ ਨਾ ਮਰ ਜਾਂਦਾ ਹੈ। ਤੇ ਇਸ ਤਰੀਕੇ ਦੇ ਨਾਲ ਮੈਂ ਇਸ ਦਫਾ ਚਾਵਲ ਦੀ ਪਨੀਰੀ ਬੀਜੀ ਸੀ। 1 ਵੀਘਾ ਮੈਂ ਬੀਜਿਆ ਸੀ ਵੈਸੇ ਹੀ, ਤੇ 1 ਵੀਘਾ ਬੀਜਿਆ ਸੀ ਮੈਂ ਪਹਿਲੇ ਛਾਪਾ ਮਾਰ ਕੇ ਨਾ ਫਿਰ ਛੱਟਾ ਦਿੱਤਾ ਸੀ ਵਿੱਚ। ਅਸਲ ਵਿੱਚ ਛਾਪਾ ਮਾਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਨਾ ਥੋੜ੍ਹਾ ਜਿਹਾ ਕਹਿ ਲਓ ਕਿ ਪਾਣੀ ਜਿਹੜਾ ਨਾ ਗੰਦਲਾ ਹੋ ਜਾਂਦਾ ਹੈ। ਜਦੋਂ ਤੁਸੀਂ ਵਿੱਚ ਬੀਜ ਦਾ ਛੱਟਾ ਦਿੰਦੇ ਹੋ ਤਾਂ ਉਹ ਜਿਹੜੀ ਥੋੜ੍ਹੀ ਜਿਹੀ ਕਹਿ ਲਓ ਕਿ ਮਿੱਟੀ ਹੈ ਨਾ ਪਾਣੀ ਦੇ ਵਿੱਚ ਮਿਕਸ ਹੋਈ, ਉਹ ਬਰੀਕ ਬਰੀਕ ਮਿੱਟੀ ਜਿਹੜੀ ਹੈ ਨਾ ਉਹ ਬੀਜ ਦੇ ਉੱਤੇ ਬੈਠ ਜਾਂਦੀ ਹੈ ਇੱਕ ਸਤ੍ਹਾ 'ਤੇ। ਉਹਦੇ ਨਾਲ ਹੁੰਦਾ ਕੀ ਹੈ ਕਿ ਬੀਜ ਬਹੁਤ ਅੱਛਾ ਜਰਮੀਨੇਟ ਹੁੰਦਾ ਹੈ। ਇਹ ਤਰੀਕਾ ਮੂੰਜੀ ਦੇ ਵਿੱਚ ਬੜਾ ਕਾਮਯਾਬ ਰਿਹਾ ਸੀ। ਪਿਛਲੇ ਸਾਲ ਮੂੰਜੀ ਦੀ ਪਨੀਰੀ ਵੀ ਲੋਕਾਂ ਦਾ ਬੜਾ ਇਸ਼ੂ ਆਇਆ ਸੀ ਕਿ ਜਰਮੀਨੇਟ ਨਹੀਂ ਸੀ ਹੋਈ, ਤੇ ਗੱਪਸ਼ਟ ਦੇ ਤਰੀਕੇ ਨਾਲ, ਤੇ ਗੱਪਸ਼ਟ ਦੇ ਤਰੀਕੇ ਨਾਲ ਇਹ ਟਰਾਈ ਕੀਤਾ ਸੀ ਤੇ ਬਹੁਤ ਅੱਛਾ ਰਿਜ਼ਲਟ ਆਇਆ ਸੀ। ਤੇ ਇਹ 2 ਕਿੱਲੇ ਨੇ ਮੇਰੇ ਜਿਹੜੇ ਹਜੇ ਅੱਜ ਮੈਂ ਕਾਸ਼ਤ ਕਰ ਰਿਹਾ, ਤੇ ਬਸ ਮੁੰਡਿਆਂ ਨੂੰ ਲਾਇਆ ਇਹ ਕਿ ਜ਼ਰਾ ਚੈੱਕ ਕਰੀਏ ਇਹ ਤਰੀਕੇ ਦਾ ਕੀ ਬੈਨੀਫਿਟ ਹੁੰਦਾ ਹੈ। ਆ ਮੁੰਡੇ ਨੂੰ ਕਿੰਨੇ ਪੈਸੇ ਦਿੱਤੇ ਜੇ? ਨਹੀਂ ਇਹ ਪੈਸੇ ਪੂਸੇ ਤਾਂ ਨਹੀਂ, ਇਹਨਾਂ ਨੂੰ ਸ਼ਵਾਰਮੇ ਤੇ ਮੰਗਾਰ ਕੇ ਹੁੰਦਾ। ਸ਼ਵਾਰਮਾ ਖਵਾਉਣਾ ਇਹਨਾਂ ਨੂੰ, ਉਹ ਛਾਪਾ ਛੁਪਾ ਮਾਰ ਲੈਣਗੇ ਤੇ ਫਿਰ ਇਹਨਾਂ ਨੂੰ ਕਹਿਣਾ ਕਿ ਹਜੇ ਸੁਬਾਹ ਲੱਭਦਾ ਨਹੀਂ ਪਿਆ ਸ਼ਵਾਰਮਾ, ਬਾਕੀ ਸ਼ਾਮ ਨੂੰ ਵੇਖੀ ਜਾਏਗੀ।